नमस्कार। खबरां दे इस बुलेटिन च तुहाडा स्वागत। मैं हां परमिंदर कौर। पहला पेश ने चोणीਆਂ खबरां। प्रधानमंत्री नरेंद्र मोदी ने टोक्यो 2020 पैरा ओलंपिक खेडां 'ਚ हिस्सा लैण वाले भारती खिडारियां ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਹੌਸਲਾ ਅਫਜ਼ਾਈ ਕੀਤੀ। ਜਲੰਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੇ ਕਿਹਾ ਕਿ ਉਹਨਾਂ ਨੇ ਜਦ ਖੇਡਣਾ ਸ਼ੁਰੂ ਕੀਤਾ ਸੀ ਤਾਂ ਸਭ ਤੋਂ ਉੱਪਰਲੇ ਪੱਧਰ ਤੱਕ ਖੇਡਣ ਦਾ ਟੀਚਾ ਮਿੱਥਿਆ ਸੀ। ਇਹ ਸੁਪਨਾ ਇੰਨੀ ਜਲਦੀ ਹਕੀਕਤ ਵਿੱਚ ਬਦਲ ਜਾਏਗਾ ਅਜਿਹਾ ਕਦੇ ਨਹੀਂ ਸੀ ਸੋਚਿਆ। ਦੇਸ਼ ਦੀ ਆਜ਼ਾਦੀ 'ਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ। ਕੇਂਦਰੀ ਗ੍ਰਹਿ ਮੰਤਰਾਲਾ ਨੇ ਅਫਗਾਨਿਸਤਾਨ 'ਚ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵੀਜ਼ਾ ਦੀ ਸ਼ੁਰੂਆਤ ਕੀਤੀ। ਭਾਰਤੀ ਹਵਾਈ ਫੌਜ ਦਾ C-17 ਜਹਾਜ਼ 120 ਅਧਿਕਾਰੀਆਂ ਨੂੰ ਲੈ ਕੇ ਕਾਬੁਲ ਤੋਂ ਜਾਮਨਗਰ ਪੁੱਜਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਟੋਕੀਓ 2020 ਪੈਰਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਖਿਡਾਰੀਆਂ ਨੂੰ ਬਿਨਾਂ ਕਿਸੇ ਦਬਾਅ ਤੋਂ ਖੇਡਣ ਲਈ ਪ੍ਰੇਰਿਤ ਕੀਤਾ। ਉਹਨਾਂ ਭਾਰਤੀ ਖਿਡਾਰੀਆਂ ਨੂੰ ਆਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਦੇਸ਼ ਦੇ 130 ਕਰੋੜ ਲੋਕ ਉਹਨਾਂ ਦੇ ਨਾਲ ਨੇ। ਜਲੰਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਵੱਲੋਂ ਦਰਜ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਬਿਨਾਂ ਕਿਸੇ ਦਬਾਅ ਤੋਂ ਪੈਰਾ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ। ਪਲਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ 2017 ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ ਤੇ ਵੱਖ-ਵੱਖ ਮੁਕਾਬਲਿਆਂ 'ਚ ਉਸਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਪਲਕ ਨੇ ਦੱਸਿਆ ਕਿ ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਦੌਰਾਨ ਉਹ ਲਖਨਊ ਦੀ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਆਪਣੇ ਘਰ ਤੋਂ ਦੂਰ ਬੈਡਮਿੰਟਨ ਦੀ ਸਿਖਲਾਈ ਹਾਸਲ ਕਰ ਰਹੀ ਸੀ। ਪਲਕ ਨੇ ਦੱਸਿਆ ਕਿ ਉਸਦੇ ਕੋਚ ਗੌਰਵ ਖੰਨਾ ਵੱਲੋਂ ਲਾਕਡਾਊਨ ਦੇ ਸਮੇਂ ਵਿੱਚ ਵੀ ਉਹਨਾਂ ਨੂੰ ਰੋਜ਼ਾਨਾ 2 ਸ਼ਿਫਟਾਂ 'ਚ 5 ਤੋਂ 6 ਘੰਟੇ ਤੱਕ ਬੈਡਮਿੰਟਨ ਦੀ ਸਿਖਲਾਈ ਦਿੱਤੀ ਜਾਂਦੀ ਰਹੀ। ਇਸੇ ਸਾਲ ਫਰਵਰੀ ਦੇ ਮਹੀਨੇ 'ਚ ਪਲਕ ਨੇ ਦੁਬਈ 'ਚ ਹੋਏ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਮੁਕਾਬਲੇ 'ਚ 1 ਚਾਂਦੀ ਅਤੇ 2 ਕਾਂਸੇ ਦੇ ਮੈਡਲ ਜਿੱਤੇ ਸਨ। ਪਲਕ ਕੋਹਲੀ ਨੇ ਕਿਹਾ ਕਿ ਜਦੋਂ ਉਸਨੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸਨੇ ਟੀਚਾ ਰੱਖਿਆ ਸੀ ਕਿ ਉਸ ਖੇਡ ਦੇ ਸਭ ਤੋਂ ਉੱਪਰਲੇ ਮੁਕਾਬਲੇ 'ਚ ਆਪਣੀ ਖੇਡ ਪ੍ਰਦਰਸ਼ਿਤ ਕਰੇਗੀ, ਪਰ ਇਹ ਸੁਪਨਾ ਇੰਨੀ ਜਲਦੀ ਪੂਰਾ ਹੋ ਜਾਵੇਗਾ ਉਸਨੇ ਕਦੇ ਨਹੀਂ ਸੀ ਸੋਚਿਆ। वीडियो कानफ्रेंस दौरान प्रधानमंत्री ने पलक के परिवारक मेंबरों नाल भी अपने विचार साझे किए। पलक जी, आप अपने बारे में बताइए और आपकी यात्रा कैसे शुरू हुई? मैं स्पोर्ट्स के लिए ट्रायल्स के लिए गई तो मेरे को टीचर ने साइड पे कर दिया और बोला कि बेटा ऐसे हैंडीकैप कोटाज वगैरह होते हैं लोग विद डिसेबिलिटी के लिए, तो आप उसमें आप पढ़ाई पे ध्यान दो और फिर अच्छा जॉब वगैरह मिलेगा तो एक सेल्फ इंडिपेंडेंट लाइफ जी सकोगे। सो इस पीरियड पे सर ऐसा लगा कि अब खुद को प्रूव करना जरूरी हो गया है सर। अगर मैं प्रूव नहीं करूंगी, अगर मैं ट्राई नहीं करूंगी तो देश की बाकी लड़कियों को भी कुछ रास्ता नहीं मिलेगा कि वो भी कर सकते हैं। ਸਮਾਗਮ ਦੌਰਾਨ ਮੌਜੂਦ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਟੋਕੀਓ ਪੈਰਾ ਓਲੰਪਿਕ ਖੇਡਾਂ 'ਚ ਭਾਰਤ ਦੇ 54 ਖਿਡਾਰੀ 9 ਮੁਕਾਬਲਿਆਂ 'ਚ ਹਿੱਸਾ ਲੈਣਗੇ। ਪੈਰਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਸਭ ਤੋਂ ਵੱਡਾ ਦਲ ਹੈ। देश की आज़ादी का अमृत महोत्सव तहत भारत के आज़ादी संघर्ष में अहम योगदान पाने वाले अनजान और गुमनाम शहीदों को शरधा के फुल भेंट किए जा रहे हैं और आज़ादी के घोल में उन्होंने वालों पाए गए योगदान बारे आम लोगों को जाणू करवाया जा रहा है। अजिहे ही एक शहीद मदन लाल ढींगरा की अज बरसी है। पेश है देश की आज़ादी के संघर्ष में उन्होंने वालों पाए गए अहम योगदान, जीवन और संघर्ष तो जाणू करवाने की एक विशेष रिपोर्ट। आज़ादी दे लई भारत दा शानदार संघर्ष आधुनिक विश्व के महानतम संघर्षां चों एक है ते अजिहे ही संघर्षशील ते क्रांतिकारी नौजवान सन मदन लाल ढींगरा। मदन लाल ढींगरा का जन्म 18 सितंबर 1883 ਨੂੰ पंजाब के अमृतसर ਵਿੱਚ ਹੋਇਆ ਸੀ। ਉਹ ਸਰਕਾਰੀ ਕਾਲਜ ਵਿੱਚ ਪੜ੍ਹਨ ਲਈ सन 1900 ਵਿੱਚ ਲਾਹੌਰ ਚਲੇ ਗਏ, ਜਿੱਥੇ ਉਹ ਰਾਸ਼ਟਰਵਾਦੀ ਅੰਦੋਲਨ ਤੋਂ ਪ੍ਰਭਾਵਿਤ ਹੋਏ ਜਿਹੜਾ ਉਸ ਵੇਲੇ ਸਵਰਾਜ ਲਈ ਚਲਾਇਆ ਜਾ ਰਿਹਾ ਸੀ। ਢੀਂਗਰਾ ਭਾਰਤ ਦੀ ਗਰੀਬੀ ਤੋਂ ਬਹੁਤ ਦੁਖੀ ਸਨ। ਉਹਨਾਂ ਨੇ ਭਾਰਤ ਵਿੱਚ ਗਰੀਬੀ ਦੇ ਕਾਰਨਾਂ ਨਾਲ ਸੰਬੰਧਿਤ ਸਾਹਿਤ ਦਾ ਅਧਿਐਨ ਕੀਤਾ ਅਤੇ ਮਹਿਸੂਸ ਕੀਤਾ ਕਿ ਇਹਨਾਂ ਮੁਸ਼ਕਲਾਂ ਦਾ ਹੱਲ ਸਵਰਾਜ ਅਤੇ ਸਵਦੇਸ਼ੀ ਨਾਲ ਹੀ ਹੈ। ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਸ ਗਰੀਬੀ ਦਾ ਕਾਰਨ ਅੰਗਰੇਜ਼ਾਂ ਦਾ ਦਮਨਕਾਰੀ ਸ਼ਾਸਨ ਹੀ ਹੈ। ਢੀਂਗਰਾ ਨੇ 1904 ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਹ ਪ੍ਰਦਰਸ਼ਨ ਪ੍ਰਿੰਸੀਪਲ ਦੇ ਉਸ ਹੁਕਮ ਦੇ ਖਿਲਾਫ ਕੀਤਾ ਗਿਆ ਸੀ ਜਿਸ ਤਹਿਤ ਉਹਨਾਂ ਨੇ ਕਾਲਜ ਵਿੱਚ ਬਰਤਾਨੀਆ ਤੋਂ ਦਰਾਮਦ ਕੱਪੜਿਆਂ ਦਾ ਬਾਜ਼ਾਰ ਸ਼ੁਰੂ ਕੀਤਾ ਸੀ। ਢੀਂਗਰਾ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ।
ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਉਹਨਾਂ ਦਿਨਾਂ ਦੌਰਾਨ ਕ੍ਰਾਂਤੀਕਾਰੀ ਰਾਸ਼ਟਰਵਾਦ ਦਾ ਉਦੈ ਨਹੀਂ ਸੀ ਹੋਇਆ, ਪਰ ਇਸ ਘਟਨਾ ਨੇ ਢੀਂਗਰਾ ਨੂੰ ਕ੍ਰਾਂਤੀਕਾਰੀ ਰਾਸ਼ਟਰਵਾਦ ਦੇ ਨੇੜੇ ਲਿਆ ਦਿੱਤਾ। 1905 ਵਿੱਚ ਢੀਂਗਰਾ ਲੰਡਨ ਚਲੇ ਗਏ ਅਤੇ ਉੱਥੇ ਇੰਡੀਆ ਹਾਊਸ ਵਿੱਚ ਠਹਿਰੇ। ਇੰਡੀਆ ਹਾਊਸ ਉੱਤਰੀ ਲੰਡਨ ਵਿੱਚ ਰਹਿੰਦੇ ਵਿਦਿਆਰਥੀਆਂ ਦਾ ਨਿਵਾਸ ਸਥਾਨ ਸੀ। ਵਕੀਲ ਸ਼ਾਮਜੀ ਕ੍ਰਿਸ਼ਨ ਵਰਮਾ ਦੀ ਦੇਖਰੇਖ ਵਿੱਚ ਇਸ ਨੂੰ ਬਰਤਾਨੀਆ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਰਾਸ਼ਟਰਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਖੋਲ੍ਹਿਆ ਗਿਆ ਸੀ। ਇੰਡੀਆ ਹਾਊਸ ਵਿੱਚ ਹੀ ਮਦਨ ਲਾਲ ਢੀਂਗਰਾ ਦੀ ਮੁਲਾਕਾਤ ਵੀਰ ਸਾਵਰਕਰ ਨਾਲ ਹੋਈ, ਜਿਹੜੇ ਉਸ ਵੇਲੇ ਇੰਡੀਆ ਹਾਊਸ ਦੇ ਪ੍ਰਬੰਧਕ ਸਨ। ਇਸ ਦੌਰਾਨ 8 ਜੂਨ 1909 ਨੂੰ ਵੀਰ ਸਾਵਰਕਰ ਦੇ ਵੱਡੇ ਭਰਾ ਬਾਬਾ ਰਾਵ ਗਣੇਸ਼ ਸਾਵਰਕਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਸਰਕਾਰੀ ਧਿਰ ਸਿਰਫ ਇਹ ਸਿੱਧ ਕਰ ਸਕਿਆ ਕਿ ਉਹਨਾਂ ਨੇ ਇਤਿਹਾਸਕ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਸਨ, ਜਿਸ ਨੂੰ ਰਾਜਧਰੋਹ ਮੰਨਿਆ ਗਿਆ। ਕਰਜ਼ਨ ਵਾਇਲੀ ਦੇ ਕਾਰਨ ਹੀ ਲੰਡਨ ਵਿੱਚ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ਾਮਜੀ ਕ੍ਰਿਸ਼ਨ ਵਰਮਾ ਦੇ ਜਨਰਲ ਦ ਇੰਡੀਅਨ ਸੋਸ਼ਲੋਜਿਸਟ ਨੇ ਵਾਇਲੀ ਨੂੰ ਭਾਰਤ ਦਾ ਪੁਰਾਣਾ ਬੇਰਹਿਮ ਦੁਸ਼ਮਣ ਕਿਹਾ, ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾਇਆ ਸੀ। ਕ੍ਰਾਂਤੀਕਾਰੀਆਂ ਵਿੱਚ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੇ ਢੀਂਗਰਾ ਨੂੰ ਸਿਖਰਲੇ ਕਦਮ ਪੁੱਟਣ ਲਈ ਮਜਬੂਰ ਕਰ ਦਿੱਤਾ। 1 ਜੁਲਾਈ 1909 ਨੂੰ ਢੀਂਗਰਾ ਇੱਕ ਰੈਲੀ ਵਿੱਚ ਸ਼ਾਮਲ ਹੋਏ, ਜਿਸ ਦਾ ਪ੍ਰਬੰਧ ਇੰਪੀਰੀਅਲ ਇੰਸਟੀਚਿਊਟ ਵਿੱਚ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਨੇ ਕੀਤਾ ਸੀ। ਇਸ ਬੈਠਕ ਵਿੱਚ ਬਰਤਾਨਵੀ ਅਧਿਕਾਰੀ ਵਿਲੀਅਮ ਹਟ ਕਰਜ਼ਨ ਵਾਇਲੀ ਵੀ ਮੌਜੂਦ ਸਨ। ਆਖਿਰ ਵਿੱਚ ਜਦੋਂ ਮਹਿਮਾਨ ਜਾਣ ਲੱਗੇ ਤਾਂ ਢੀਂਗਰਾ ਨੇ ਬਹੁਤ ਨੇੜੇ ਤੋਂ ਕਰਜ਼ਨ ਵਾਇਲੀ ਤੇ ਗੋਲੀ ਦਾਗ ਦਿੱਤੀ। ਢੀਂਗਰਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦੌਰਾਨ ਉਸ ਨੇ ਆਪਣਾ ਬਚਾਅ ਖੁਦ ਕੀਤਾ, ਪਰ ਉਸ ਨੇ ਅਦਾਲਤ ਦੀ ਵੈਧਤਾ ਨੂੰ ਸਵੀਕਾਰ ਨਹੀਂ ਕੀਤਾ। ਢੀਂਗਰਾ ਨੇ ਦਾਅਵਾ ਕੀਤਾ ਕਿ ਕਰਜ਼ਨ ਵਾਇਲੀ ਨੂੰ ਗੋਲੀ ਮਾਰਨਾ ਦੇਸ਼ ਭਗਤੀ ਦਾ ਕੰਮ ਸੀ ਅਤੇ ਇਹ ਭਾਰਤ ਵਿੱਚ ਬਰਤਾਨਵੀ ਸਰਕਾਰ ਵੱਲੋਂ ਭਾਰਤੀਆਂ ਦੀ ਗੈਰ ਮਨੁੱਖੀ ਹੱਤਿਆ ਦਾ ਬਦਲਾ ਸੀ। ਢੀਂਗਰਾ ਨੂੰ ਦੋਸ਼ੀ ਪਾਇਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ। ਉਹਨਾਂ ਨੂੰ 17 ਅਗਸਤ 1909 ਨੂੰ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਨੌਜਵਾਨ ਮਦਨ ਲਾਲ ਢੀਂਗਰਾ ਦਾ ਸ਼ੁਰੂਆਤੀ ਜੀਵਨ ਆਰਾਮ ਅਤੇ ਸੁੱਖ ਸੁਵਿਧਾਵਾਂ ਨਾਲ ਬੀਤਿਆ। ਉਹਨਾਂ ਦੀ ਅੰਗਰੇਜ਼ੀ ਸਿੱਖਿਆ ਦੇ ਕਾਰਨ ਅਜਿਹਾ ਸੰਭਵ ਹੋ ਸਕਿਆ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਨੇ ਆਪਣੇ ਦੇਸ਼ ਵਾਸੀਆਂ ਨਾਲ ਹੋਈ ਬੇਇਨਸਾਫੀ ਦਾ ਬਦਲਾ ਲੈਣ ਨੂੰ ਤਰਜੀਹ ਦਿੱਤੀ। ਉਹ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਸਨ ਕਿ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਲਈ ਕਈ ਮੁਸੀਬਤਾਂ ਪੈਦਾ ਹੋਣਗੀਆਂ, ਪਰ ਉਹਨਾਂ ਨੇ ਆਪਣੀ ਰਾਹ ਨਹੀਂ ਬਦਲੀ। ਅਜਿਹੇ ਪੱਕੇ ਇਰਾਦੇ ਵਾਲੇ ਸਨ ਨੌਜਵਾਨ ਢੀਂਗਰਾ। ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਨਾਲ ਮਨਦੀਪ ਰਜੌਰਾ, ਦੂਰਦਰਸ਼ਨ ਸਮਾਚਾਰ ਜਲੰਧਰ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵੀਜ਼ਾ ਨਿਯਮਾਂ ਦੀ ਸਮੀਖਿਆ ਕੀਤੀ ਹੈ। ਹੁਣ ਇਲੈਕਟ੍ਰੋਨਿਕ ਵੀਜ਼ਾ ਦੀ ਇੱਕ ਨਵੀਂ ਸ਼੍ਰੇਣੀ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਹਾਸਲ ਕਰਨ ਲਈ ਹਵਾਈ ਅੱਡੇ ਤੇ ਹੀ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਮੰਤਰਾਲਾ ਦੇ ਇੱਕ ਬੁਲਾਰੇ ਨੇ ਟਵੀਟ ਰਾਹੀਂ ਦੱਸਿਆ ਕਿ ਭਾਰਤ ਆਉਣ ਦੇ ਇੱਛੁਕ ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਛੇਤੀ ਤੋਂ ਛੇਤੀ ਨਿਪਟਾਉਣ ਦੀ ਸੋਚ ਨਾਲ ਹੰਗਾਮੀ ਸੇਵਾ ਵੀਜ਼ਾ ਸਹੂਲਤ ਸ਼ੁਰੂ ਕੀਤੀ ਗਈ ਹੈ। ਦੂਜੇ ਪਾਸੇ ਭਾਰਤੀ ਹਵਾਈ ਫੌਜ ਦਾ ਸੀ-17 ਜਹਾਜ਼ 120 ਅਧਿਕਾਰੀਆਂ ਨੂੰ ਕਾਬੁਲ ਤੋਂ 에ਅਰਲਿਫਟ ਕਰਨ ਮਗਰੋਂ ਗੁਜਰਾਤ ਦੇ ਜਾਮਨਗਰ ਪੁੱਜ ਗਿਆ। ਇਹ ਸਾਰੇ ਅਫਗਾਨਿਸਤਾਨ ਵਿੱਚ ਭਾਰਤੀ ਦੂਤਘਰ ਦੇ ਅਧਿਕਾਰੀ ਤੇ ਕਰਮਚਾਰੀ ਨੇ। ਵਿਦੇਸ਼ ਮੰਤਰਾਲਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਸਥਿਤੀ ਤੇ ਨਜ਼ਰ ਰੱਖਦਿਆਂ ਭਾਰਤੀ ਰਾਜਦੂਤ ਅਤੇ ਸਫਾਰਤਖਾਨੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਫੌਰੀ ਭਾਰਤ ਲਿਆਉਣ ਦੇ ਹੁਕਮ ਦਿੱਤੇ ਸਨ। ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੱਲ੍ਹ ਦੇਰ ਸ਼ਾਮ ਏਅਰਪੋਰਟ ਦੇ ਸੁਰੱਖਿਅਤ ਇਲਾਕੇ ਵਿੱਚ ਪਹੁੰਚਾ ਦਿੱਤਾ ਗਿਆ ਸੀ। ਭਾਰਤ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਦਮ ਬਾਗਚੀ ਨੇ ਅਫਗਾਨਿਸਤਾਨ ਦੀ ਸਥਿਤੀ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਕੁਝ ਸਮੇਂ ਲਈ ਕਾਬੁਲ ਹਵਾਈ ਅੱਡੇ ਤੋਂ ਵਪਾਰਕ ਹਵਾਈ ਉਡਾਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਯਤਨਾਂ 'ਚ ਕੁਝ ਰੁਕਾਵਟ ਆਈ ਸੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਬੁਲਾਰੇ ਨੇ ਆਖਿਆ ਕਿ ਕਾਬੁਲ 'ਚ ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਸਥਿਤੀ ਖਰਾਬ ਹੋ ਰਹੀ ਹੈ। ਭਾਰਤ ਸਰਕਾਰ ਅਫਗਾਨਿਸਤਾਨ 'ਚ ਹੋ ਰਹੀਆਂ ਲਗਾਤਾਰ ਘਟਨਾਵਾਂ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ। ਬਾਗਚੀ ਨੇ ਵਤਨ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਅਫਗਾਨਿਸਤਾਨ ਵਿੱਚ ਰਹਿ ਰਹੇ ਲੋਕਾਂ ਨੂੰ ਵਿਦੇਸ਼ ਮੰਤਰਾਲਾ ਨਾਲ ਰਾਬਤਾ ਕਾਇਮ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੀ ਸਹਾਇਤਾ ਲਈ ਫੋਨ ਨੰਬਰ 9717 85379 ਅਤੇ ਈਮੇਲ ਪਤਾ meahelpdeskindia@gmail.com ਵੀ ਸਾਂਝਾ ਕੀਤਾ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।